ਸਤਿ ਸ੍ਰੀ ਅਕਾਲ ਦੋਸਤੋ, ਮੈਂ ਸਨੇਹ ਮਲਹੋਤਰਾ ਕੈਨੇਡਾ ਤੋਂ ਹਾਂ। ਬਲੈਸਿੰਗਸ ਟੀਮ ਦੇ ਵੱਲੋਂ ਮੈਂ ਸੀ ਅਰੁਣਾ ਜੀ ਦੀ ਕਿਤਾਬ ਮੈਸੇजेस ਫਰੋਮ 40 ਮਾਸਟਰਸ ਨੂੰ ਪੰਜਾਬੀ ਵਿੱਚ ਟਰਾਂਸਲੇਟ ਕਰ ਰਹੀ ਹਾਂ। ਅੱਜ ਅਸੀਂ ਰਾਮਚੰਦਰ ਜੀ ਦਾ ਮੈਸੇਜ ਸੁਣਾਂਗੇ। ਗੱਲ ਹੈ 10 ਮਈ 1994 ਦੀ। ਟਾਈਮ ਸੀ ਰਾਤ ਦੇ 10:05। ਰਾਮ ਨੇ ਅਰੁਣਾ ਜੀ ਨੂੰ ਕਿਹਾ, ਮੇਰੇ ਨਾਂ ਦੇ ਅੱਗੇ ਸ਼੍ਰੀ ਲਗਾ ਕਰ ਤੁਸੀਂ ਮੈਨੂੰ ਫਸਾਓ ਨਾ, ਕਿਉਂਕਿ ਮੈਂ ਤੁਹਾਡੇ ਵਰਗਾ ਇੱਕ ਆਮ ਬੰਦਾ ਹਾਂ। ਆਪਣੇ ਮਾਂ ਪਿਓ ਅਤੇ ਪ੍ਰਜਾ ਵਾਸਤੇ ਉਹਨਾਂ ਦੇ ਸਾਹਮਣੇ ਆਦਰਸ਼ ਪੇਸ਼ ਕਰਨ ਵਾਸਤੇ ਮੈਂ ਆਪਣੇ ਆਪ ਨੂੰ ਸਮਾਜ ਦੇ ਨਿਯਮਾਂ ਵਿੱਚ ਜਕੜ ਕੇ ਰੱਖਿਆ ਸੀ। ਸਿਰਫ ਇੱਕ ਹੀ ਇਨਸਾਨ ਹੈ ਜਿਹਨੇ ਮੈਨੂੰ ਇਹਨਾਂ ਸਮਾਜਿਕ ਨਿਯਮਾਂ ਦੇ ਬਗੈਰ ਦੇਖਿਆ ਹੈ, ਉਹ ਹੈ ਸੀਤਾ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਮੇਰੇ ਬਜਾਏ ਸੀਤਾ ਨੂੰ ਸ਼੍ਰੀ ਸੀਤਾ ਕਹੋ। ਸ਼੍ਰੀ ਸੀਤਾ ਵਾਸਤੇ ਜ਼ਿਆਦਾ ਸਹੀ ਹੈ, ਕਿਉਂਕਿ ਉਹਨੇ ਆਪਣਾ ਸਾਰਾ ਜੀਵਨ ਬਗੈਰ ਕਿਸੇ ਰੁਕਾਵਟਾਂ ਦੇ ਜਿਸ ਤਰ੍ਹਾਂ ਪਲਾਨ ਕੀਤਾ ਸੀ ਉਸੇ ਤਰ੍ਹਾਂ ਜੀਆ ਹੈ। ਉਹਨੇ ਆਪਣੇ ਲਾਈਫ ਲੈਸਨ ਮੇਰੇ ਤੋਂ ਜ਼ਿਆਦਾ ਚੰਗੀ ਤਰ੍ਹਾਂ ਸਿੱਖੇ ਨੇ। ਮੈਨੂੰ ਸ਼ੁਰੂ ਵਿੱਚ ਆਪਣਾ ਰਹਿਣ ਸਹਿਣ ਦਾ ਤਰੀਕਾ ਕਈ ਸਾਰੀ ਵਜ੍ਹਾ ਨਾਲ ਪਸੰਦ ਨਹੀਂ ਸੀ। ਮੈਂ ਹਮੇਸ਼ਾ ਆਪਣੇ ਰਾਜਗੁਰੂ ਵਿਸ਼ਵਾਮਿੱਤਰ ਜੀ, ਜੋ ਮੇਰੇ ਆਦਰਸ਼ ਵੀ ਸੀਗੇ, ਉਹਨਾਂ ਵਾਂਗਣ ਬਣਨਾ ਚਾਹੁੰਦਾ ਸੀ। ਲੇਕਿਨ ਜਦ ਰਾਜਕੁਮਾਰ ਹੋਣ ਦੀ ਸਿੱਖਿਆ ਦੀਕਸ਼ਾ ਮੈਨੂੰ ਕਈ ਸਾਰੇ ਗੁਰੂਆਂ ਤੋਂ ਮਿਲੀ, ਫਿਰ ਮੈਂ ਆਪਣੇ ਆਪ ਨੂੰ ਇੱਕ ਰਾਜਕੁਮਾਰ ਸਮਝਣ ਲੱਗ ਗਿਆ। ਲੇਕਿਨ ਉਹ ਉਪਰੀ ਤੌਰ 'ਤੇ ਹੀ ਸੀਗਾ। ਜਦ ਤੱਕ ਰਾਵਣ ਨੇ ਸੀਤਾ ਦਾ ਅਪਹਰਣ ਨਹੀਂ ਕੀਤਾ, ਮੈਂ ਸੀਤਾ ਤੋਂ ਦੂਰ ਨਹੀਂ ਹੋਇਆ। ਮੈਂ ਕਦੀ ਸੀਤਾ ਦੀ ਕੋਈ ਕਾਬਲੀਅਤ ਦੇਖੀ ਹੀ ਨਹੀਂ ਸੀ। ਉਸ ਦੇ ਵਿਯੋਗ ਵਿੱਚ ਮੈਨੂੰ ਪਹਿਲੀ ਵਾਰੀ ਉਹਦੀ ਅਹਿਮੀਅਤ ਪਤਾ ਲੱਗੀ ਕਿ ਉਹ ਕਿੰਨੀ ਮਨੋਵਿਗਿਆਨਿਕ ਤਰੀਕੇ ਨਾਲ ਮੈਨੂੰ ਇੱਕ ਆਦਰਸ਼ ਰਾਜਕੁਮਾਰ ਬਣਨ ਵਿੱਚ ਮਦਦ ਕਰਦੀ ਸੀਗੀ। ਜਦ ਰਾਵਣ ਨੇ ਸੀਤਾ ਦਾ ਅਪਹਰਣ ਕੀਤਾ, ਉਸ ਦੇ ਬਾਅਦ ਮੈਂ ਆਪਣੀ ਖੁਦ ਦੀ ਜ਼ਿੰਦਗੀ ਦੇ ਪਲਾਨ ਅਤੇ ਮਹੱਤਵ ਦੇ ਬਾਰੇ ਵਿੱਚ ਸੋਚਣਾ ਸ਼ੁਰੂ ਕੀਤਾ। ਜਦ ਮੈਨੂੰ ਸਭ ਸਮਝ ਆ ਗਿਆ, ਫਿਰ ਮੈਨੂੰ ਕਦੇ ਕਿਸੇ ਨਕਲੀ ਮੁਖੌਟੇ ਦੀ ਜ਼ਰੂਰਤ ਨਹੀਂ ਪਈ। ਪਹਿਲਾਂ ਮੇਰੇ ਦੋ ਰੂਪ ਸੀ, ਇੱਕ ਦੁਨੀਆ ਨੂੰ ਦਿਖਾਉਣ ਵਾਸਤੇ ਰਾਜਕੁਮਾਰ ਦਾ, ਦੂਜਾ ਮੇਰੀ ਆਪਣੀ ਜ਼ਿੰਦਗੀ ਦਾ, ਮੇਰਾ ਸਵਯੰ ਦਾ। ਅੱਜ ਮੈਂ ਉਹੀ ਰਾਮ ਹਾਂ ਜਿਹਦੇ ਬਾਰੇ ਵਿੱਚ ਤੁਸੀਂ ਕਿਤਾਬਾਂ ਵਿੱਚ ਪੜ੍ਹਿਆ ਹੈ। ਆਗਿਆਕਾਰੀ, ਇਮਾਨਦਾਰ, ਇੱਕ ਆਦਰਸ਼ ਇਨਸਾਨ, ਪਤੀ, ਭਰਾ। ਪਹਿਲ ਮੈਂ ਵੀ ਇੱਕ ਆਮ ਰਾਜਕੁਮਾਰ ਵਾਂਗਣ ਸੋਚਦਾ ਸੀਗਾ ਕਿ ਰਾਜਾ ਬਣਕਰ ਆਰਾਮ ਦੀ ਜ਼ਿੰਦਗੀ ਜੀਵਾਂਗਾ। ਲੇਕਿਨ ਮੈਂ ਆਪਣੀ ਜ਼ਿੰਦਗੀ ਦਾ ਮਕਸਦ ਚੁਣਿਆ ਕਿ ਮੈਂ ਇਹ ਸਿੱਖਾਂਗਾ ਕਿ ਪਤੀ ਪਤਨੀ ਦਾ ਰਿਸ਼ਤਾ ਕੀ ਹੁੰਦਾ ਹੈ, ਦੋਸਤੀ ਕੀ ਹੁੰਦੀ ਹੈ। ਇਸ ਲਈ ਮੈਂ 14 ਸਾਲ ਦਾ ਵਨਵਾਸ ਚੁਣਿਆ, ਜੋ ਮੇਰੇ ਵਾਸਤੇ ਕੈਕਈ ਮਾਂ ਨੇ ਮੰਗਿਆ ਸੀ। ਰਾਮ ਕਹਿੰਦੇ ਨੇ, ਜ਼ਿੰਦਗੀ ਦਾ ਵੀ ਆਪਣਾ ਹੀ ਇੱਕ ਡਿਜ਼ਾਈਨ ਹੁੰਦਾ ਹੈ। ਜਦ ਮੈਂ ਵਿਸ਼ਵਾਮਿੱਤਰ ਤੋਂ ਪ੍ਰਭਾਵਿਤ ਹੋ ਕਰ ਸਾਧੂ ਬਣਨਾ ਚਾਹੁੰਦਾ ਸੀ ਅਤੇ ਲੋਕਾਂ ਨੇ ਮੈਨੂੰ ਸਮਝਾਇਆ ਕਿ ਰਾਜਕੁਮਾਰ ਬਣਨਾ ਮੇਰੇ ਵਾਸਤੇ ਜ਼ਿਆਦਾ ਚੰਗਾ ਹੈ। ਜਦ ਮੈਂ ਰਾਜਾ ਬਣ ਕੇ ਮਹਿਲਾਂ ਵਿੱਚ ਰਹਿਣਾ ਚਾਹਿਆ ਤਾਂ ਮੈਨੂੰ ਜ਼ਬਰਦਸਤੀ ਵਨਵਾਸ ਦੇ ਦਿੱਤਾ। ਮੈਂ ਜੰਗਲਾਂ ਵਿੱਚ ਨਹੀਂ ਰਹਿੰਦਾ, ਲੇਕਿਨ ਉਸ ਵੇਲੇ ਸੀਤਾ ਦਾ ਅਪਹਰਣ ਹੋ ਗਿਆ ਤਾਂ ਮੇਰਾ ਫਰਜ਼ ਬਣਦਾ ਸੀ ਉਹਨੂੰ ਲੱਭਣਾ। ਇਸ ਵਾਸਤੇ ਉਹਨੂੰ ਲੱਭਣ ਮੈਂ ਆਪ ਹੀ ਨਿਕਲਿਆ, ਕਿਉਂਕਿ ਮੈਂ ਸੀਤਾ ਨੂੰ ਬਹੁਤ ਪਿਆਰ ਕਰਦਾ ਸੀ। ਮੈਂ ਉਹਨੂੰ ਮਿਲ ਕਰ ਦੱਸਣਾ ਚਾਹੁੰਦਾ ਸੀ ਕਿ ਉਹਦੀ ਮੇਰੇ ਲਈ ਕੀ ਅਹਿਮੀਅਤ ਹੈ, ਅਤੇ ਨਾਲ ਇਹ ਵੀ ਕਿ ਵਿਆਹ ਤੋਂ ਲੈ ਕੇ ਉਹਦੇ ਅਪਹਰਣ ਹੋਣ ਤਾਈਂ ਮੇਰੇ ਵਿੱਚ ਕਿੰਨਾ ਪਰਿਵਰਤਨ ਆ ਚੁੱਕਿਆ ਹੈ। ਲੇਕਿਨ ਸੀਤਾ ਮੇਰੇ ਕੋਲ ਨਹੀਂ ਸੀ, ਔਰ ਇਹ ਸਭ ਗੱਲਾਂ ਮੈਂ ਹਨੂੰਮਾਨ ਦੇ ਸਿਵਾ ਕਿਸੇ ਹੋਰ ਨਾਲ ਕਰਨਾ ਵੀ ਨਹੀਂ ਸੀ। ਇਸ ਕਰਕੇ ਹਨੂੰਮਾਨ ਦੇ ਮਿਲਣ ਤਾਈਂ ਮੈਂ ਆਪਣਾ ਦੁੱਖ ਫੁੱਲਾਂ ਨੂੰ ਅਤੇ ਬੂਟਿਆਂ ਨੂੰ, ਜਾਨਵਰਾਂ ਦੇ ਨਾਲ, ਪੱਥਰਾਂ ਦੇ ਨਾਲ ਵੰਡਦਾ ਸੀ। ਉਹ ਵੀ ਮੈਨੂੰ ਤਸੱਲੀ ਦਿੰਦੇ ਸੀਗੇ ਅਤੇ ਮੇਰਾ ਦਰਦ ਸਮਝਦੇ ਸੀਗੇ। ਉਹਨਾਂ ਦੀ ਦਿੱਤੀ ਉਮੀਦ ਨੇ ਹਨੂੰਮਾਨ ਨੂੰ ਲੱਭਣ ਤਾਈਂ ਮੈਨੂੰ ਬਹੁਤ ਸਹਾਰਾ ਦਿੱਤਾ। ਜਦ ਹਨੂੰਮਾਨ ਮਿਲਿਆ, ਮੈਂ ਸਮਝ ਗਿਆ ਹੁਣ ਮੇਰਾ ਕੰਮ ਹੋ ਜਾਏਗਾ ਅਤੇ ਮੈਂ ਸੀਤਾ ਨੂੰ ਮਿਲ ਸਕਾਂਗਾ। ਇਸ ਯਾਤਰਾ ਵਿੱਚ ਮੈਨੂੰ ਕਈ ਸਾਰੇ ਮਿੱਤਰ ਵੀ ਮਿਲੇ, ਜਿਨ੍ਹਾਂ ਵਿੱਚ ਸੁਗਰੀਵ ਅਤੇ ਬਾਲੀ ਸੀਗੇ। ਉਹਨਾਂ ਨੇ ਮੇਰੇ ਅਧਿਆਤਮਿਕ ਅਤੇ ਭੌਤਿਕ ਉੱਨਤੀ ਵਿੱਚ ਬੜਾ ਸਹਾਰਾ ਦਿੱਤਾ। ਤੁਸੀਂ ਬਾਲੀ ਦਾ ਨਾਂ ਸੁਣकर ਹੈਰਾਨ ਨਾ ਹੋਵੋ। ਉਹਦੀ ਇੱਕ ਹੀ ਬੁਰੀ ਲੱਤ ਸੀਗੀ, ਵਰਨਾ ਉਹ ਤਾਂ ਬਹੁਤ ਹੀ ਉੱਨਤ ਆਤਮਾ ਸੀ। ਰਾਮ ਕਹਿੰਦੇ ਨੇ, ਵਿਭੀਸ਼ਣ ਅਤੇ ਹਨੂੰਮਾਨ ਇਹ ਦੋਨੋਂ ਗੁਰੂਆਂ ਦੇ ਵੀ ਗੁਰੂ ਸੀਗੇ। ਇਹਨਾਂ ਦੋਵਾਂ ਨੂੰ ਜੋ ਕੁਝ ਵੀ ਮੈਂ ਜਾਣਦਾ ਸੀ, ਸਭ ਕੁਝ ਸਿੱਖਣ ਨੂੰ ਮਿਲਿਆ ਅਤੇ ਉਹਨਾਂ ਕੋਲੋਂ ਮੈਂ ਵੀ ਬਹੁਤ ਕੁਝ ਸਿੱਖਿਆ। ਅੱਜ ਉਹ ਦੋਨੋਂ ਇਸ ਵੇਲੇ ਧਰਤੀ 'ਚ ਹੋਣ ਵਾਲੇ ਪਰਿਵਰਤਨਾਂ ਵਿੱਚ ਖਾਸਾ ਕੰਮ ਕਰਦੇ ਪਏ ਨੇ। ਰਾਮ ਜੀ
ਰਾਮ ਜੀ ਕਹਿੰਦੇ ਨੇ ਮੇਰੀ ਜ਼ਿੰਦਗੀ ਦੀ ਸੀਖ ਹੈ ਲਰਨ ਐਵਰੀਥਿੰਗ ਇਨ ਲਾਈਫ। ਸਭ ਕੁਝ ਸਿੱਖੋ। ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਸੇ ਚੀਜ਼ ਤੋਂ ਨਫ਼ਰਤ ਕਰਦੇ ਹੋ ਤਾਂ ਤੁਸੀਂ ਚੁੱਪ ਨਾ ਰਹੋ, ਜ਼ੋਰ ਦਾ ਬੋਲੋ ਹਾਂ ਮੈਨੂੰ ਇਸ ਗੱਲ ਤੋਂ ਨਫ਼ਰਤ ਹੈ। ਤਦ ਹੀ ਇਸ ਨਫ਼ਰਤ ਦੇ ਪਿੱਛੇ ਛਿਪੀ ਵਜ੍ਹਾ ਤੁਹਾਨੂੰ ਸਮਝ ਆਏਗੀ। ਫਿਰ ਜਦ ਉਹ ਵਜ੍ਹਾ ਹੀ ਨਿਕਲ ਗਈ ਤੁਸੀਂ ਆਰਾਮ ਨਾਲ ਉਸ ਚੀਜ਼ ਨਾਲ ਰਹਿ ਕਰ ਆਪਣੇ ਜੀਵਨ ਦੀ ਸਿੱਖ ਨੂੰ ਸਮਝ ਸਕਦੇ ਹੋ। ਲੇਕਿਨ ਜੋ ਤੁਸੀਂ ਉਸ ਨਫ਼ਰਤ ਨੂੰ ਦਬਾਇਆ ਤਾਂ ਤੁਸੀਂ ਖੁਦ ਕੁਝ ਵੀ ਨਹੀਂ ਸਿੱਖ ਸਕਦੇ। ਦੂਜੀ ਗੱਲ, ਮੇਰਾ ਰਾਮ ਦਾ ਜੀਵਨ ਜੋ ਇੱਕ ਰਾਜਾ ਦਾ ਸੀ ਇਹ ਸਿਖਾਉਂਦਾ ਹੈ ਕਿ ਤੁਸੀਂ ਇੱਕ ਵਾਰੀ ਵਿੱਚ ਇੱਕ ਹੀ ਕੰਮ ਕਰ ਸਕਦੇ ਹੋ। ਜਿਵੇਂ ਤੁਸੀਂ ਰਾਤੀ ਧਿਆਨ ਕਰਦੇ ਹੋ ਤਾਂ ਤੁਸੀਂ ਦਿਨ ਵਿੱਚ ਧਿਆਨ ਨਹੀਂ ਕਰ ਸਕਦੇ। ਦਿਨ ਨੇ ਤੁਹਾਨੂੰ ਬਾਕੀ ਕੰਮ ਕਰਨੇ ਹੁੰਦੇ ਨੇ, ਜਿਵੇਂ ਰੋਟੀ ਬਣਾਉਣੀ, ਕੰਮ 'ਤੇ ਜਾਣਾ, ਲੋਕਾਂ ਨਾਲ ਮਿਲਣਾ, ਅਤੇ ਤੁਸੀਂ ਉਸ ਵੇਲੇ ਧਿਆਨ ਨਹੀਂ ਕਰ ਸਕਦੇ। ਅਸੀਂ ਧਰਤੀ 'ਚ ਰਹਿਣ ਵਾਲਿਆਂ ਨੂੰ ਸਮਾਜ ਵਿੱਚ ਰਹਿਣ ਵਾਸਤੇ ਕਈ ਸਾਰੇ ਕੰਮ ਕਰਨੇ ਹੁੰਦੇ ਨੇ, ਅਤੇ ਜਦ ਅਸੀਂ ਆਪਣੀ ਸਮਾਜਿਕ ਜ਼ਿੰਮੇਦਾਰੀਆਂ ਨੂੰ ਚੰਗੀ ਤਰ੍ਹਾਂ ਪੂਰਾ ਕਰਾਂਗੇ ਤਦ ਹੀ ਅਧਿਆਤਮਿਕ ਫਰਜ਼ ਵੀ ਪੂਰੇ ਕਰ ਸਕਾਂਗੇ। ਰਾਮ ਨੇ ਕਿਹਾ ਜੇ ਧਰਤੀ ਇੱਕ ਸਕੂਲ ਹੈ ਤਾਂ ਇੱਕ ਇਨਸਾਨ ਵਾਸਤੇ ਅਧਿਆਤਮ ਪੋਸਟ ਡਾਕਟਰੇਲ ਰਿਸਰਚ ਦੇ ਬਰਾਬਰ ਹੈਗਾ। ਤਾਂ ਇੰਨੀ ਵੱਡੀ ਡਿਗਰੀ ਵਾਲਾ ਕੋਈ ਮਾੜਾ ਮੋਟਾ ਬੰਦਾ ਤਾਂ ਹੋ ਨਹੀਂ ਸਕਦਾ ਜਿਨ੍ਹਾਂ ਨੂੰ ਇਹ ਛੋਟੀ ਮੋਟੀ ਗੱਲਾਂ ਦੱਸੀਆਂ ਜਾਣ। ਅਤੇ ਦੋਸਤੋ ਇੱਕ ਖਾਸ ਗੱਲ ਸੁਣੋ, ਰਾਮ ਚੰਦਰ ਜੀ ਨੇ ਪਤਰੀ ਜੀ ਦਾ ਨਾਂ ਲੈ ਕੇ ਕਿਹਾ ਕਿ ਤੁਸੀਂ ਜੇ ਪਤਰੀ ਜੀ ਦੇ ਸਟੂਡੈਂਟ ਹੋ ਤਾਂ ਤੁਸੀਂ ਮੇਰੀ ਇਹ ਗੱਲ ਸੁਣ ਲਓ ਕਿ ਤੁਸੀਂ ਆਪਣਾ ਜੀਵਨ ਚੰਗੀ ਤਰ੍ਹਾਂ ਜੀਣਾ ਹੈ ਆਪਣੇ ਅੱਜ ਨੂੰ ਸਮਝ ਕਰ। ਇਸ ਦੇ ਸੁੱਖ ਅਤੇ ਦੁੱਖ ਦੋਵਾਂ ਦਾ ਸਵਾਦ ਲੈਂਦੇ ਹੋਏ ਮਜ਼ੇ ਨਾਲ ਜੀਓ, ਕਿਉਂਕਿ ਇਹ ਪੂਰੀ ਦੁਨੀਆ ਵਿੱਚ ਸਿਰਫ ਤੁਸੀਂ ਲੋਕੀ ਜੋ ਪਤਰੀ ਜੀ ਦੇ ਨਾਲ ਹੋ, ਉਹਨਾਂ ਦੀ ਸਿੱਖ ਦੇ ਨਾਲ ਚੱਲਦੇ ਪਏ ਹੋ, ਬਸ ਉਹੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਜੀਣਾ ਹੈ ਸਿੱਖ ਰਹੇ ਹੋ, ਅਤੇ ਨਾਲ ਦੇ ਨਾਲ ਤੁਸੀਂ ਅਧਿਆਤਮ ਦਾ ਅੰਮ੍ਰਿਤ ਵੀ ਛਕ ਰਹੇ ਹੋ। ਅਖੀਰ ਵਿੱਚ ਰਾਮ ਚੰਦਰ ਜੀ ਨੇ ਆਸ਼ੀਰਵਾਦ ਦਿੱਤਾ ਕਿ ਅਰੁਣਾ ਜੀ ਨੂੰ ਕਿਹਾ ਤੁਹਾਨੂੰ ਜਦ ਵੀ ਸਾਡੀ ਲੋੜ ਪਵੇ ਅਸੀਂ ਹਮੇਸ਼ਾ ਹਾਜ਼ਰ ਹਾਂ, ਜਦ ਮਰਜ਼ੀ ਬੁਲਾਓ। ਮੈਂ ਅਤੇ ਮੇਰੇ ਨਾਲ ਰਾਵਣ ਵੀ ਤੁਹਾਡੇ ਕਿਸੇ ਦੇ ਵੀ ਬੁਲਾਉਣ 'ਤੇ ਫੌਰਨ ਆ ਜਾਵਾਂਗੇ। ਇਹ ਗੱਲਾਂ ਕਰਦੇ ਕਰਦੇ ਰਾਤ ਦੇ 11:15 ਵੱਜ ਗਏ ਸੀਗੇ। ਤੋ ਅੱਜ ਲਈ ਇੰਨਾ ਹੀ ਦੋਸਤੋ, ਧੰਨਵਾਦ।